Good morning students. So ਅੱਜ ਅਸੀਂ ਸਟੱਡੀ ਕਰਾਂਗੇ ਕੁਝ numerical portion ਆਪਣੇ subject ਦਾ second chapter ਦੇ ਜਿਹੜੇ ਕੁਝ important numericals ਨੇ based on gas laws like Boyle's law, Charles law, Gay-Lussac law, combined gas law and universal gas constant. So ਆਪਾਂ ਹਾਲੇ ਤੱਕ ਜਿਹੜੇ ਟੌਪਿਕ ਕੀਤੇ ਉਹਦੇ ਵਿੱਚ ਅਸੀਂ Boyle's law, Charles law, Gay-Lussac law ਤੇ ਉਸ ਤੋਂ ਇਲਾਵਾ ਕੰਬਾਈਨਡ ਗੈਸ ਲਾ, ਗੈਸ ਕਾਂਸਟੈਂਟ ਐਂਡ ਯੂਨੀਵਰਸਲ ਗੈਸ ਕਾਂਸਟੈਂਟ ਟੌਪਿਕ ਸਟੱਡੀ ਕਰ ਚੁੱਕੇ ਹਾਂ। ਲਾਸਟ ਲੈਕਚਰ ਦੇ ਵਿੱਚ ਅਸੀਂ ਸਟੱਡੀ ਕੀਤਾ ਸੀ ਸਪੈਸੀਫਿਕ ਹੀਟ ਐਂਡ ਟਾਈਪਸ ਆਫ ਸਪੈਸੀਫਿਕ ਹੀਟ at constant volume and constant pressure, specific heat at constant volume and specific heat at constant pressure. So according to our syllabus, ਇਹਨਾਂ ਲਾਜ਼ ਦੇ ਬੇਸ ਦੇ ਉੱਪਰ ਸਾਡੇ ਕੁਝ ਇੰਪੋਰਟੈਂਟ ਨੂਮੈਰੀਕਲ ਪਾਰਟਸ ਵੀ ਨੇ ਜੋ ਆਪਾਂ ਫਾਰਮੂਲੇ ਕੀਤੇ ਗੈਸ ਲਾਅ ਦੇ। ਸੋ ਉਹ ਨੂਮੈਰੀਕਲ ਅੱਜ ਆਪਾਂ ਟਰਾਈ ਕਰਾਂਗੇ ਸਮਝਣ ਦੀ, ਪਲੱਸ ਕੁਝ ਅਨਸੋਲਵਡ ਨੂਮੈਰੀਕਲਸ ਪ੍ਰੋਬਲਮਸ ਮੈਂ ਤੁਹਾਨੂੰ ਦਊਂਗਾ, ਤੁਸੀਂ ਉਹ ਖੁਦ ਸੋਲਵ ਕਰਨੀਆਂ ਹੈ, ਉਹ ਤੁਹਾਡਾ ਹੋਮਵਰਕ ਹੋਏਗਾ। ਸੋ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਜਿਹੜੇ ਨੂਮੈਰੀਕਲਸ ਕਰਨੇ ਆ ਉਹ ਆਪਾਂ ਕਰਾਂਗੇ ਸੀਰੀਅਲ ਵਾਈਜ਼ ਅਕੋਰਡਿੰਗ ਟੂ ਲਾਜ਼। ਲਾਈਕ ਆਪਾਂ ਬੋਇਲਸ ਲਾ ਸਟੱਡੀ ਕਰਾਂਗੇ, ਉਸ ਤੇ ਡਿਪੈਂਡ ਉਸ ਦੇ ਫਾਰਮੂਲਾ ਦੇ ਉੱਪਰ ਇੱਕ ਨੂਮੈਰੀਕਲ ਸੋਲਵ ਕਰਾਂਗੇ। ਉਸ ਤੋਂ ਬਾਅਦ ਚਾਰਲਸ ਲਾ, ਉਹਦਾ ਇੱਕ ਨੂਮੈਰੀਕਲ, ਇਸੇ ਤਰ੍ਹਾਂ ਸਾਰੇ ਲਾਜ਼ ਦੇ ਉੱਪਰ ਇੱਕ ਇੱਕ ਨੂਮੈਰੀਕਲ ਨੂੰ ਸੋਲਵ ਕਰਾਂਗੇ। ਠੀਕ ਹੈ, ਸੋਲਵ ਆਲਰੇਡੀ ਹੋਏ ਆ, ਜਸਟ ਤੁਹਾਨੂੰ ਇੱਕ ਓਵਰਵਿਊ ਦੇਵਾਂਗੇ ਕਿ ਕਿਸ ਤਰ੍ਹਾਂ ਨੂਮੈਰੀਕਲ ਅਗਰ ਆਵੇ ਤਾਂ ਸੋਲਵ ਕਰਨਾ ਹੈ। ਐਂਡ ਕੁਛ ਜਿਹੜੀਆਂ ਅਨਸੋਲਵਡ ਪ੍ਰੋਬਲਮ ਸਾਨੂੰ ਲੈਕਚਰ ਦੇ ਐਂਡ 'ਚ ਮਿਲਣਗੀਆਂ ਉਹ ਤੁਸੀਂ ਖੁਦ ਸੋਲਵ ਕਰਨੀ ਹੈ। ਠੀਕ ਹੈ, ਸੋ ਫਸਟ ਇਜ਼ ਬੋਇਲਸ ਲਾ। ਠੀਕ ਹੈ, ਬੋਇਲਸ ਲਾ ਕੀ ਸੀਗਾ ਕਿ ਜਦੋਂ ਵੀ ਆਪਾਂ ਕਿਸੇ ਕਲੋਜ਼ ਸਿਸਟਮ ਦੇ ਵਿੱਚ, ਠੀਕ ਹੈ, ਇੱਕ ਸਾਡੇ ਕੋਲ ਗੈਸ ਹੈਗੀ ਆ, ਜਿਹੜਾ ਪ੍ਰੈਸ਼ਰ ਆ ਉਹ ਇਨਵਰਸਲੀ ਪ੍ਰਪੋਰਸ਼ਨਲ ਆ ਵੋਲਿਊਮ ਦੇ। ਮੀਨਸ ਕਿਉਂਕਿ ਗੈਸਿਸ ਦੇ ਜਿਹੜੇ ਮੋਲੀਕਿਊਲਸ ਹੁੰਦੇ ਆ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੁੰਦਾ ਆ। ਸੋ ਜਦੋਂ ਆਪਾਂ ਕਿਸੇ ਗੈਸ ਦੇ ਵਿੱਚ, ਕਲੋਜ਼ ਸਿਸਟਮ ਦੇ ਵਿੱਚ ਕਿਸੇ ਗੈਸ ਦੇ ਵਿੱਚ ਪ੍ਰੈਸ਼ਰ ਇਨਕਰੀਜ਼ ਕਰਾਂਗੇ, ਠੀਕ ਹੈ, ਪ੍ਰੈਸ਼ਰ ਇਨਕਰੀਜ਼ ਕਰਾਂਗੇ, ਸੋ ਜਿਹੜਾ ਵੋਲਿਊਮ ਹੈਗਾ ਉਹ ਡਿਕਰੀਜ਼ ਹੋਏਗਾ। ਕਿੰਨਾ ਡਿਕਰੀਜ਼ ਹੋਏਗਾ? ਇਨਵਰਸਲੀ ਪ੍ਰਪੋਰਸ਼ਨਲ। ਠੀਕ ਹੈ, ਸੋ ਫੋਰ ਐਗਜ਼ਾਮਪਲ ਇੱਥੇ ਵੋਲਿਊਮ ਗੈਸ ਦਾ ਹੈਗਾ 1 ਲੀਟਰ। ਠੀਕ ਹੈ, ਕਲੋਜ਼ ਸਿਸਟਮ ਹੈਗਾ ਆ, ਕੋਈ ਮਾਸ ਟ੍ਰਾਂਸਫਰ ਨਹੀਂ ਹੋ ਰਿਹਾ, ਮਾਸ ਇਜ਼ ਕੌਨਸਟੈਂਟ। ਸੋ ਜਦੋਂ ਆਪਾਂ ਇਹਦੇ ਪਿਸਟਨ ਦੇ ਉੱਪਰ ਪ੍ਰੈਸ਼ਰ ਇਨਕਰੀਜ਼ ਕੀਤਾ, ਪ੍ਰੈਸ਼ਰ ਆਪਾਂ ਪਹਿਲਾਂ ਯੂਜ਼ ਕਰ ਰਹੇ ਸੀ 100 mm ਆਫ ਮਰਕਰੀ। ਠੀਕ ਹੈ, ਉਸ ਤੋਂ ਬਾਅਦ ਆਪਾਂ ਪ੍ਰੈਸ਼ਰ ਡਬਲ ਕਰਤਾ ਤੇ ਜਿਹੜਾ ਵੋਲਿਊਮ ਆ ਉਹ ਕਿੰਨਾ ਰਹਿ ਜਾਏਗਾ? ਹਾਫ ਰਹਿ ਜਾਏਗਾ। ਕਿਉਂ? ਕਿਉਂਕਿ ਗੈਸਿਸ ਦੇ ਵਿੱਚ, ਮੋਲੀਕਿਊਲਸ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੁੰਦਾ ਹੈ। ਸੋ ਗੈਸਿਸ ਨੂੰ ਈਜ਼ੀਲੀ ਕੰਪਰੈਸ ਕੀਤਾ ਜਾ ਸਕਦਾ ਹੈ। ਠੀਕ ਹੈ, ਲਿਕਵਿਡ ਨੂੰ ਵੀ ਕੰਪਰੈਸ ਕੀਤਾ ਜਾ ਸਕਦਾ, ਬਟ ਉਹਨੂੰ ਜ਼ਿਆਦਾ ਨਹੀਂ ਕੀਤਾ ਜਾ ਸਕਦਾ। ਸੋਲਿਡਸ ਨੂੰ ਬਿਲਕੁਲ ਮਾਈਨਰ ਕੰਪਰੈਸ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਮੋਲੀਕਿਊਲਸ ਆ ਆਲਰੇਡੀ ਕਲੋਜ਼ਲੀ ਪੈਕਡ ਹੁੰਦੇ ਆ, ਇੱਕ ਦੂਸਰੇ ਦੇ ਬਹੁਤ ਨਜ਼ਦੀਕ ਹੁੰਦੇ ਆ ਮੋਲੀਕਿਊਲ। ਸੋ ਸੋਲਿਡਸ ਨੂੰ ਕੰਪਰੈਸ ਨਹੀਂ ਕੀਤਾ ਜਾ ਸਕਦਾ, ਬਟ ਗੈਸਿਸ ਨੂੰ ਬਹੁਤ ਜ਼ਿਆਦਾ ਕੰਪਰੈਸ ਕੀਤਾ ਜਾ ਸਕਦਾ ਹੈ। ਠੀਕ ਹੈ, ਇਹਦੀ ਸਭ ਤੋਂ ਬੈਸਟ ਐਗਜ਼ਾਮਪਲ ਆ ਏਅਰ ਕੰਪਰੈਸਰ। ਠੀਕ ਹੈ, ਆਪਾਂ ਜਦੋਂ ਆਪਣੇ ਬਾਈਕਸ, ਵਹੀਕਲਸ ਦੇ ਵਿੱਚ ਦੇਖਿਆ ਹੋਣਾ ਆ, ਏਅਰ ਫਿਲ ਕਰਾਉਂਦੇ ਆ, ਠੀਕ ਹੈ, ਹਵਾ ਭਰਾਉਂਦੇ ਆ ਆਪਾਂ ਟਾਇਰਸ ਦੇ ਵਿੱਚ, ਉੱਥੇ ਇੱਕ ਟੈਂਕ ਪਿਆ ਹੁੰਦਾ ਜਿਹਦੇ ਵਿੱਚ ਜਿਹਦੇ ਰਾਹੀਂ ਪਾਈਪ ਰਾਹੀਂ ਆਪਾਂ ਟਾਇਰਾਂ ਦੇ ਵਿੱਚ ਹਵਾ ਭਰਾਉਂਦੇ ਆ। ਸੋ ਹੁੰਦਾ ਤੁਹਾਡਾ ਏਅਰ ਕੰਪਰੈਸਰ ਮਸ਼ੀਨ। ਸੋ ਕੀ ਕਰਦੀ ਹੈ, ਜਿਹੜੀ ਨੈਚੁਰਲ ਸਾਡੇ ਆਲੇ ਦੁਆਲੇ ਹਵਾ ਆ ਉਹਨੂੰ ਉਸ ਟੈਂਕ ਦੇ ਵਿੱਚ, ਜਿਹੜਾ ਟੈਂਕ ਹੁੰਦਾ ਉੱਥੇ ਗੋਲ ਲੱਗਾ, ਉਹਨੂੰ ਟੈਂਕ ਦੇ ਵਿੱਚ ਕੰਪਰੈਸ ਕਰਦੀ ਆ, ਉਹਦਾ ਵੋਲਿਊਮ ਘਟਾ ਦਿੰਦੀ ਆ, ਪ੍ਰੈਸ਼ਰ ਇਨਕਰੀਜ਼ ਕਰ ਦਿੰਦੀ ਆ। ਠੀਕ ਹੈ, ਸੋ ਸਿੰਪਲ ਯਾਦ ਰੱਖਣਾ ਕਿ ਜਦੋਂ ਵੀ ਵੋਲਿਊਮ ਪ੍ਰੈਸ਼ਰ ਵਧੂਗਾ ਤਾਂ ਵੋਲਿਊਮ ਘਟਣਾ ਆ। ਠੀਕ ਹੈ, ਇੱਕ ਦੂਸਰੇ ਤੇ ਉਲਟਾ ਹੈ, ਇਨਵਰਸਲੀ ਪ੍ਰਪੋਰਸ਼ਨਲ ਆ। ਸੋ ਬੋਇਲਸ ਲਾ ਸੇਮ ਕੀ ਕਹਿੰਦਾ ਹੈ? ਪ੍ਰੈਸ਼ਰ ਐਂਡ ਵੋਲਿਊਮ ਆਫ ਏ ਗੈਸ ਆਰ ਇਨਵਰਸਲੀ ਪ੍ਰਪੋਰਸ਼ਨਲ। ਠੀਕ ਹੈ, ਐਟ ਕੌਨਸਟੈਂਟ ਮਾਸ ਐਂਡ ਟੈਂਪਰੇਚਰ। ਮਾਸ ਹਰੇਕ ਲਾਅ ਦੇ ਵਿੱਚ ਕੌਨਸਟੈਂਟ ਆ ਤੇ ਟੈਂਪਰੇਚਰ ਵੀ ਇਹਦੇ ਵਿੱਚ ਕੌਨਸਟੈਂਟ ਆ। ਸੋ ਇਸ ਲਾਅ ਦੇ ਬੇਸ ਦੇ ਉੱਪਰ ਸਾਡੇ ਕੋਲ ਇੱਕ ਫਾਰਮੂਲਾ ਆ ਗਿਆ ਸੀ, P1V1 is equal to P2V2। ਠੀਕ ਹੈ, ਵੇਅਰ P is initial pressure, V is initial volume, ਇਸੇ ਤਰ੍ਹਾਂ P2 final pressure and V2 final volume। ਸੋ ਆ ਇੱਕ ਐਗਜ਼ਾਮਪਲ ਆ, ਇੱਕ ਨੂਮੈਰੀਕਲ ਪ੍ਰੋਬਲਮ ਆ। ਕੀ ਲਿਖਿਆ ਹੋਇਆ ਸਟੇਟਮੈਂਟ ਨੂੰ ਸਟੱਡੀ ਕਰੋ। 3 ਮੀਟਰ ਕਿਊਬ ਆਫ ਗੈਸ
at 7 bar 3 मीटर क्यूब ऑफ गैस का मतलब की है एक वॉल्यूम आ, ठीक है। सो 3 मीटर क्यूब इज अ वॉल्यूम, क्योंकि वॉल्यूम ਦੇ ਜਿਹੜੇ ਯੂਨਿਟ ਹੁੰਦੇ ਆ ਮੀਟਰ ਕਿਊਬ ਹੁੰਦੇ ਆ ਆਫ ਗੈਸ ਐਟ 7 ਬਾਰ। 7 ਬਾਰ ਕੀ ਹੋ ਗਿਆ ਤੁਹਾਡਾ ਪ੍ਰੈਸ਼ਰ। ਪ੍ਰੈਸ਼ਰ ਐਕਸਪੈਂਡ ਟੂ ਵੋਲਿਊਮ ਆਫ 12 ਮੀਟਰ ਕਿਊਬ ਐਟ ਕਨਸਟੈਂਟ ਟੈਂਪਰੇਚਰ, ਠੀਕ ਹੈ। ਆ ਇੱਕ ਹੋਰ ਵੋਲਿਊਮ ਹੋ ਗਿਆ ਤੁਹਾਡਾ 12, ਇਹ ਹੋ ਗਿਆ V2, ਠੀਕ ਹੈ। ਸੋ 3 ਮੀਟਰ ਕਿਊਬ ਹੋ ਗਿਆ ਤੁਹਾਡਾ V1, P1 ਹੋ ਗਿਆ 7, वॉल्यूम V2 हो गया 12 मीटर क्यूब एट कॉन्स्टेंट टैंपरेचर, ठीक है। टैंपरेचर कॉन्स्टेंट यानी कि सानू पता लग गया कि यह बॉयल्स लॉ के उपर बेस्ड है न्यूमेरिकल। फाइंड द फाइनल प्रेशर ऑफ गैस। सो गिवन है साडू V1 इज इक्वल टू 3 मीटर क्यूब, P1 इज इक्वल टू 7 बार एंड V2 टैंपरेचर कॉन्स्टेंट। सो आप बॉयल्स लॉ का जी साडी रिजल्ट सीगा उन्हें यूज करेंगे P1 V1 इज इक्वल टू V2 V2। सो ये आप P2 की वैल्यू फाउंड आउट करनी है। सो आप इस तरह सारी वैल्यूज इंसर्ट करांगे जो सानू गिवन वैल्यू हैगी है, तो साडे को आंसर आ जाएगा प्रेशर 2 P2 इज इक्वल टू 1.7 बार, ठीक है। सो एक सिंपल जिहा न्यूमेरिकल सी। बाय चांस इस सब्जैक्ट का इस चैप्टर दे विच कोई न्यूमेरिकल आएगा तो वो अप्रोक्सीमेटली इस तरह का सिंपल न्यूमेरिकल ही होएगा। आने वाले आपां स्लाइड दे विच एक दो मुश्किल न्यूमेरिकल भी करने, सो ज़्यादा डिफिकल्ट नहीं होंगे न्यूमेरिकल, बेसिक न्यूमेरिकल प्रॉब्लम्स होंगे, ठीक है। सो नैक्सट सीगा साडा चार्ल्स लॉ। चार्ल्स लॉ की कहता है द वॉल्यूम एंड एब्सोल्यूट टैंपरेचर ऑफ ए गैस आर डायरैक्टली प्रोपोर्शनल, ठीक है। दोनों एक दूसरे दे डायरैक्टली प्रोपोर्शनल आ टैंपरेचर एंड वॉल्यूम। कदों एक दूसरे दे डायरैक्टली प्रोपोर्शनल आ जदों मास कांस्टेंट होवे ते प्रेशर कांस्टेंट होवे, ठीक है। दिस इज चार्ल्स लॉ। सो तुसीं देखी आई है, तुहानूं अगे भी स्टडी कीता है कि इत्थे वॉल्यूम कांस्टेंट आ, एक पर्टिकुलर वॉल्यूम है, एक पर्टिकुलर टैंपरेचर आ, एक पर्टिकुलर कांस्टेंट प्रेशर आ, प्रेशर पै रहा है जी पिस्टन आ रॉड आ जी पिस्टन के उपर प्रेशर पा रही है। सो जो आप टैंपरेचर बढ़ाता तो वॉल्यूम भी इनक्रीज हो गया, ठीक है। सो ये है चार्ल्स लॉ। फॉर्मूला सीगा V1 डिवाइडेड बाय T1 इज इक्वल टू V2 डिवाइडेड बाय T2, ठीक है। वेयर V1 इज इनिशियल वॉल्यूम, T1 is initial temperature, V2 final volume and T2 final temperature। सो एक ਤੁਹਾਡਾ ਰਿਜ਼ਲਟ ਸੀਗਾ ਚਾਰਲਸ ਲਾ ਦਾ। ਸੋ ਨੂਮੈਰੀਕਲ ਪ੍ਰੋਬਲਮ ਦੇਖਦੇ ਹਾਂ ਇੱਕ। determine the volume occupied by a given mass of air at temperature of 245 degree। ਸੋ ਇੱਕ ਸਾਨੂੰ ਟੈਂਪਰੇਚਰ ਮਿਲ ਗਿਆ T1 245 degree centigrade। if the mass of air occupies 2 मीटर क्यूब। सो एक वॉल्यूम आ गया, एक होर टैंपरेचर आ गया। हुण तुसीं ध्यान देवो साडे कोल दो टैंपरेचर गिवन आ, एक हैगा 23 डिग्री 23 डिग्री, एक हैगा 245 डिग्री। सो ये तो क्लीयर हो गया साडे कोल T1 एंड T2 पे होए आ। T1 एंड T2 गिवन है टैंपरेचर 1 एंड टैंपरेचर 2, तो एक साडे कोल गिवन है वॉल्यूम 2 मीटर क्यूब। सो तुहाडा ऑटोमैटिकली माइंड चलना चाहिए कि साडे को T1 एंड T2 है तो एक वॉल्यूम है। सो इत्थे साडा चार्ल्स लॉ का फॉर्मूला एप्लीकेबल होएगा, क्योंकि न्यूमेरिकल दे विच किते भी लिखिया नहीं होएगा कि चार्ल्स लॉ दे डिपेंड कर रहा है फॉर्मूला, चार्ल्स लॉ दे फॉर्मूला दे उपर बेस्ड है न्यूमेरिकल। सो तुहानूं माइंड तो अगर तुहानूं आ फॉर्मूला याद होएगा, हर रिजल्ट याद होएगा, तो तां ही तुसीं ये न्यूमेरिकल सॉल्व कर सकते हैं कि T1 एंड T2 गिवन है, एक वॉल्यूम गिवन है। सिंपल मीन है कि आपां चार्ल्स लॉ का फॉर्मूला लगाना है। सो साडे को की वन है T1 23 डिग्री T1 है। दूसरे नंबर साडे को T2 है 245 डिग्री। सो आप सेंटीग्रेड्स नूं कैलविन च कन्वर्ट कर लिया, ठीक है, क्योंकि SI यूनिट दे विच 273 डिग्री इहदे विच ऐड करते, 23 डिग्री दे विच 273 डिग्री ऐड कर दी है तो कैलविन बन जाता, तो एक V1 है। सो आप चार्ल्स लॉ का फॉर्मूला लगावांगे। इत्थे साडे को की है नहीं गा, वॉल्यूम 2 है नहीं। सो आप V2 की वैल्यू फाइंड आउट कर लांगे। सो V2 विल बी 3.5 मीटर क्यूब, ठीक है। ये तुहाडा आंसर होएगा। बहुत ईजी न्यूमेरिकल्स ने, मोस्टली 5 मार्क्स दे विच ये न्यूमेरिकल्स आ जांदे। सो नैक्सट सीगा साडा गे-लुसाक्स लॉ, ठीक है। गे-लुसाक्स लॉ दा रिजल्ट की कहता है कि जिहड़ा प्रैशर ते टैंपरेचर आ वो डायरैक्टली प्रोपोर्शनल है एक दूजे दे।
pressure and temperature is directly proportional ਕਦੋਂ constant mass ਤੇ constant volume ਦੇ ਵਿੱਚ ਠੀਕ ਹੈ ਸੋ ਸਾਡਾ ਫਾਰਮੂਲਾ ਕੀ ਸੀ P1 divided by T1 is equal to P2 divided by T2 ਸੋ ਇਹਦੇ ਬੇਸ ਦੇ ਉੱਪਰ ਨੂਮੈਰੀਕਲ ਆਪਾਂ ਇੱਕ ਦੇਖਦੇ ਹਾਂ The initial pressure and temperature of the air is truck tire are 268 kilopascal. So ਸਾਡੇ ਕੋਲ ਇੱਕ pressure ਆ ਗਿਆ 268 at 30 degree ਇੱਕ temperature ਆ ਗਿਆ ਕੁਛ ਲੌਂਗ ਜਰਨੀ ਤੋਂ ਬਾਅਦ ਪ੍ਰੈਸ਼ਰ ਕਿੰਨਾ ਰਹਿ ਗਿਆ ਪ੍ਰੈਸ਼ਰ ਇਨਕਰੀਜ਼ ਹੋ ਗਿਆ 297 ਡਿਗਰੀ 297 ਕਿਲੋ ਪਾਸਕਲ ਇੱਕ P2 ਆ ਗਿਆ ਸੋ ਅਸੀਂ ਇੱਥੇ ਦੇਖ ਲਿਆ ਕਿ ਸਾਡੇ ਕੋਲ ਇੱਕ P1 ਐਂਡ ਇੱਕ P2 ਆ ਯਾਨੀ ਕਿ ਦੋ ਪ੍ਰੈਸ਼ਰ ਹੈਗੇ ਆ ਤੇ ਇੱਕ ਟੈਂਪਰੇਚਰ ਆ ਠੀਕ ਆ ਸੋ ਆਪਾਂ ਨੂੰ ਸਿੰਪਲ ਹੋ ਗਿਆ ਕਿ ਸਾਡੇ ਕੋਲ ਦੋ ਪ੍ਰੈਸ਼ਰ ਹੈਗੇ ਆ ਤੇ ਇੱਕ ਟੈਂਪਰੇਚਰ ਹੈ ਯਾਨੀ ਕਿ ਆਪਾਂ ਗੇ-ਲੂਸਕ ਲਾ ਦਾ ਫਾਰਮੂਲਾ ਯੂਜ਼ ਕਰਨਾ ਆਪਾਂ T2 ਫਾਈਂਡ ਆਊਟ ਕਰਨਾ ਠੀਕ ਹੈ ਸੋ P1 268 P2 297 ਤੇ T1 30 ਡਿਗਰੀ ਨੂੰ ਕੈਲਵਿਨ ਚ ਕਨਵਰਟ ਕਰ ਲਿਆ 273 ਪਲੱਸ 30 ਕਰਕੇ ਸਾਡੇ ਕੋਲ ਕੈਲਵਿਨ ਚ ਆਨਸਰ ਆ ਗਿਆ ਠੀਕ ਹੈ ਸੋ ਇੱਥੇ ਸਾਡਾ ਹੁਣ ਫਾਰਮੂਲਾ ਕੀ ਲੱਗ ਗਿਆ ਚਾਰਜ ਗੇ-ਲੂਸਕ ਲਾ ਦਾ P1 divided by T1 is equal to P2 divided by T2 ਸੋ ਇੱਥੋਂ ਆਪਾਂ ਟੈਂਪਰੇਚਰ 2 ਫਾਈਂਡ ਆਊਟ ਕਰ ਲਿਆ 335 ਕੈਲਵਿਨ ਇਹ ਚੋਂ ਮਾਈਨਸ 273 ਕਰ ਦੋ ਸਾਡੇ ਕੋਲ ਡਿਗਰੀ ਦੇ ਵਿੱਚ ਆਨਸਰ ਆ ਜਾਣਾ ਠੀਕ ਹੈ ਸੋ ਇੱਕ ਸਿੰਪਲ ਜੇ ਇਹ ਨੂਮੈਰੀਕਲ ਆ ਗੇ-ਲੂਸਕ ਲਾ ਦੇ ਉੱਪਰ ਇੱਕ ਸਾਈਡ ਬਾਈ ਸਾਈਡ ਕੰਪੈਰੀਜ਼ਨ ਸੀਗਾ ਤਿੰਨੋਂ ਲਾਸ ਹੈ ਆਲਰੇਡੀ ਆਪਾਂ ਕਰ ਚੁੱਕੇ ਹਾਂ ਨੈਕਸਟ ਇਜ਼ ਗੈਸ ਕਾਂਸਟੈਂਟ PV is equal to MRT ਠੀਕ ਹੈ ਸੋ ਇੱਕ ਇਹ ਨੂਮੈਰੀਕਲ ਹੈਗਾ ਗੈਸ ਕਾਂਸਟੈਂਟ ਦੇ ਬੇਸ ਦੇ ਉੱਪਰ find the mass of gas occupying 5.5 ਮੀਟਰ ਕਿਊਬ ਇੱਕ ਵੋਲਿਊਮ ਆ ਗਿਆ 5.5 ਮੀਟਰ ਕਿਊਬ ਐਟ 7 ਬਾਰ ਇੱਕ ਪ੍ਰੈਸ਼ਰ ਆ ਗਿਆ ਐਂਡ 200 ਡਿਗਰੀ ਸੈਂਟੀਗ੍ਰੇਡ ਇੱਕ ਟੈਂਪਰੇਚਰ ਆ ਗਿਆ ਟੇਕ ਗੈਸ ਕਾਂਸਟੈਂਟ ਆਰ ਇਹ ਆਲਰੇਡੀ ਤੁਹਾਨੂੰ ਪਤਾ ਹੀ ਆ ਕਿ 에ਅਰ ਦੀ ਗੱਲ ਕਰ ਰਹੇ ਹਾਂ ਤਾਂ ਗੈਸ ਕਾਂਸਟੈਂਟ ਦੀ ਵੈਲਿਊ ਹੋਏਗੀ 287 ਜਾਊਲ ਪਰ kg ਕੈਲਵਿਨ ਸੋ ਕੀ ਸਾਡੇ ਕੋਲ ਹੈਗਾ ਵੋਲਿਊਮ ਹੈਗਾ ਪ੍ਰੈਸ਼ਰ ਹੈਗਾ ਐਂਡ ਇੱਕ ਗੈਸ ਕਾਂਸਟੈਂਟ ਐਂਡ ਇੱਕ ਟੈਂਪਰੇਚਰ ਸੋ ਆਪਣਾ ਸਿੰਪਲ ਮਾਈਂਡ ਦੇ ਵਿੱਚ ਆ ਜਾਏਗਾ ਕਿ ਆਪਾਂ ਫਾਰਮੂਲਾ ਯੂਜ਼ ਕਰਨਾ ਆ ਗੈਸ ਕਾਂਸਟੈਂਟ ਵਾਲਾ PV is equal to MRT ਠੀਕ ਹੈ ਇਹਦੇ ਵਿੱਚ ਅਸੀਂ ਫਾਈਂਡ ਆਊਟ ਕਰਨਾ ਆ ਮਾਸ ਕਿਉਂਕਿ ਸਾਨੂੰ ਮਾਸ ਨਹੀਂ ਗਿਵਨ ਹੈਗਾ ਠੀਕ ਹੈ ਸੋ M is equal to ਆ ਫਾਰਮੂਲੇ ਨੂੰ ਆਪਾਂ ਮੋਡੀਫਾਈ ਕਰ ਲਿਆ PV divided by RT P ਦੀ ਵੈਲਿਊ ਗਿਵਨ ਆ V ਦੀ ਵੈਲਿਊ ਗਿਵਨ ਆ R ਦੀ ਵੈਲਿਊ ਗਿਵਨ ਆ T ਦੀ ਵੈਲਿਊ ਗਿਵਨ ਸਾਡੇ ਕੋਲ ਮਾਸ ਆ ਜਾਏਗਾ 28.36 kg ਸੋ ਇੱਥੇ ਇੱਕ ਚੀਜ਼ ਯਾਦ ਰੱਖਣੀ ਆ ਸਾਡੇ ਕੋਲ ਜਿਹੜਾ ਪ੍ਰੈਸ਼ਰ ਸੀਗਾ 7 ਬਾਰਸ ਦੇ ਵਿੱਚ ਗਿਵਨ ਸੀ ਆਪਾਂ ਉਹਨੂੰ ਨਿਊਟਨ ਪਰ ਮੀਟਰ ਸਕੁਅਰ ਚ ਕਨਵਰਟ ਕਰਨਾ ਹੈ ਠੀਕ ਹੈ ਇੱਕ ਬਾਰ ਚ ਹੁੰਦਾ ਹੈ 1 × 10⁻⁴ ਨਿਊਟਨ ਪਰ ਮੀਟਰ ਸਕੁਅਰ ਕਿਉਂਕਿ SI ਯੂਨਿਟ ਨਿਊਟਨ ਪਰ ਮੀਟਰ ਸਕੁਅਰ ਦੇ ਵਿੱਚ ਇਸ ਕਰਕੇ ਸਾਨੂੰ ਇਹਨੂੰ ਕਨਵਰਟ ਕਰਨਾ ਪੈਣਾ 7 ਬਾਰ ਨੂੰ ਨਿਊਟਨ ਪਰ ਮੀਟਰ ਸਕੁਅਰ ਚ ਇਹ ਆਪਾਂ ਸਟਾਰਟਿੰਗ ਦੇ ਵਿੱਚ ਜਦੋਂ ਚੈਪਟਰ ਸਟਾਰਟ ਕੀਤਾ ਸੀ ਉਦੋਂ ਦੇਖਿਆ ਸੀ ਕਿ ਇੱਕ ਬਾਰ ਦੇ ਵਿੱਚ ਕਿੰਨੇ ਨਿਊਟਨ ਪਰ ਮੀਟਰ ਸਕੁਅਰ ਹੁੰਦੇ ਆ ਇੱਕ ਬਾਰ ਦੇ ਵਿੱਚ 1 × 10⁵ ਨਿਊਟਨ ਪਰ ਮੀਟਰ ਸਕੁਅਰ ਹੁੰਦੇ ਆ ਸੋ ਇੱਥੇ ਆਪਾਂ ਉਹਦੇ ਅਕੋਰਡਿੰਗ ਚੇਂਜ ਕਰਕੇ ਵੈਲਿਊ ਆਪਣੀ M ਦੀ ਵੈਲਿਊ ਫਾਈਂਡ ਆਊਟ ਕਰ ਲੈਣੀ ਠੀਕ ਹੈ ਸੋ ਵੀ ਇੱਕ ਸਿੰਪਲ ਨੂਮੈਰੀਕਲ ਸੀ ਤੇ ਇਹ ਸੀਗੇ ਕੁਝ ਨੂਮੈਰੀਕਲ ਜਿਹੜੇ ਇਹਦੇ ਬੇਸ ਦੇ ਉੱਪਰ ਆ ਸਕਦੇ ਆ ਸੋ ਆ ਇੱਕ ਲਿਸਟ ਹੈਗੀ ਆ ਅਨਸੋਲਵਡ ਪ੍ਰੋਬਲਮਸ ਦੀ ਠੀਕ ਹੈ ਇਹਦੇ ਵਿੱਚ ਚਾਰਲਸ ਲਾ ਬੋਇਲਸ ਲਾ ਸਾਰਿਆਂ ਦੇ ਬੇਸ ਦੇ ਉੱਪਰ ਨੂਮੈਰੀਕਲਸ ਹੈਗੇ ਆ ਠੀਕ ਹੈ ਇਹ ਤੁਸੀਂ ਇੱਕ ਵਾਰ ਟਰਾਈ ਕਰ ਲੈਣੇ ਆ ਅਗਰ ਕਿਸੇ ਸਟੂਡੈਂਟ ਨੂੰ ਕੋਈ ਨੂਮੈਰੀਕਲ ਇਹਦੇ ਵਿੱਚੋਂ ਨਹੀਂ ਸਮਝ ਆ ਰਿਹਾ ਕੁਝ ਨੂਮੈਰੀਕਲ ਦੇ ਵਿੱਚ CP ਐਂਡ CB ਵੀ ਯੂਜ਼ ਹੋਣੀ ਆ ਸਪੈਸੀਫਿਕ ਹੀਟ ਐਟ ਕਨਸਟੈਂਟ ਪ੍ਰੈਸ਼ਰ ਸਪੈਸੀਫਿਕ ਹੀਟ ਐਟ ਕਨਸਟੈਂਟ ਵੋਲਿਊਮ ਉਹ ਵੀ ਫੰਡਾ ਯੂਜ਼ ਹੋਣਾ ਆ ਸੋ ਅਗਰ ਕਿਸੇ ਬੱਚੇ ਨੂੰ ਇਹ ਨੂਮੈਰੀਕਲ ਸੋਲਵ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਵੇ ਤੇ ਉਹ ਮੈਨੂੰ ਇੱਕ ਵਾਰ ਆਪਣਾ ਜਦੋਂ ਲਾਈਵ ਸੈਸ਼ਨ ਕਰਾਂਗੇ ਤੇ ਡਾਊਟ ਕਲੀਅਰ ਕਰ ਸਕਦਾ ਸਿੰਪਲ ਨੂਮੈਰੀਕਲਸ ਨੇ ਠੀਕ ਹੈ ਸੋ ਇਹ ਤੁਸੀਂ ਆਪ ਇੱਕ ਵਾਰ ਸੋਲਵ ਕਰਕੇ ਦੇਖ ਲੈਣੇ ਨੇ 5 ਨੂਮੈਰੀਕਲਸ ਨੇ ਠੀਕ ਹੈ ਸੋ ਨੈਕਸਟ ਲੈਕਚਰ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਰਿਲੇਸ਼ਨਸ਼ਿਪ ਬਿਟਵੀਨ CP ਐਂਡ CB CP is specific heat at constant pressure and CB is specific heat at constant volume ਸੋ ਯਾਦ ਨਾਲ ਸਾਰੇ ਸਟੂਡੈਂਟਸ ਨੇ ਆਹ ਅਨਸੋਲਵਡ ਜਿਹੜੀਆਂ ਪ੍ਰੋਬਲਮਸ ਆ ਅਨਸੋਲਵਡ ਨੂਮੈਰੀਕਲਸ ਨੇ ਇੱਕ ਵਾਰ ਟਰਾਈ ਕਰ ਲੈਣੇ ਤਾਂ ਜੋ ਤੁਹਾਨੂੰ ਐਗਜ਼ਾਮਸ ਦੇ ਵਿੱਚ ਕੋਈ ਪ੍ਰੋਬਲਮ ਨਾ ਆ ਸਕੇ ਠੀਕ ਹੈ ਥੈਂਕ ਯੂ